ਚੰਗਾ ਅਧਿਆਪਕ ਬਣਨ ਦੇ ਲਈ ਕਿਹੜੀ ਚੀਜ਼ ਹੈ ਕਿ ਸਭ ਤੋਂ ਪਹਿਲਾਂ ਮੁੱਢਲੀਆਂ ਜੇ ਇਹ ਗੱਲਾਂ ਨਹੀਂ ਜੇ ਹੈਗੀਆਂ ਤਾਂ ਫਿਰ ਹੀ ਚੰਗਾ ਅਧਿਆਪਕ ਗਿਣਿਆ ਜਾ ਸਕਦਾ। ਜੇ ਤੁਸੀਂ ਚੰਗਾ ਅਧਿਆਪਕ ਬਣਨਾ ਹੈ ਤਾਂ ਤੁਹਾਨੂੰ ਉਹਦੇ 'ਚ ਇੱਕ ਬੱਚਿਆਂ ਨਾਲ ਤੁਹਾਨੂੰ ਪਰਸਨਲ ਤੌਰ ਤੇ ਥੋੜਾ ਬਹੁਤ ਉਹਨਾਂ ਦੀ ਲਾਈਫ ਬਾਰੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਕਿੱਦਾਂ ਦੇ ਮਾਹੌਲ 'ਚੋਂ ਆਏ। ਮੈਂ ਹਮੇਸ਼ਾ ਜਿਹੜੀ ਅਟੈਂਡੈਂਸ ਹੈ ਉਹ ਰੋਲ ਨੰਬਰ ਨਾਲ ਨਹੀਂ ਲੈਂਦੀ, ਕਿਉਂਕਿ ਰੋਲ ਨੰਬਰ ਨਾਲ ਲੈ ਕੇ ਤੁਸੀਂ ਬੱਚਿਆਂ ਨੂੰ ਅਹਿਸਾਸ ਕਰਾਉਂਦੇ ਹੋ ਕਿ ਤੁਸੀਂ ਕੈਦ ਜੇਲ੍ਹ 'ਚ ਬੈਠੇ ਹੋ। ਮੇਰੀ ਨਾ ਲਾਸਟ ਈਅਰ ਇੱਕ ਸਟੂਡੈਂਟ ਹੈ, ਉਹਦਾ ਨਾਮ ਅੱਕ ਕੌਰ ਹੈ। ਮੈਂ ਕਲਾਸ 'ਚ ਕਿਹਾ ਕਿ ਬੇਟਾ ਮੈਨੂੰ ਇਹ ਔਖਾ ਲੱਗਿਆ ਗੱਲ, ਤੇ ਮੈਂ ਬੇਟੇ ਤੈਨੂੰ ਅੱਕ ਕੌਰ ਨਹੀਂ ਕਹਿ ਸਕਦੀ। ਉਹਨੂੰ ਮੈਂ ਕੇ ਕੌਰ ਕਹਿਣਾ ਸ਼ੁਰੂ ਕੀਤਾ। ਅਧਿਆਪਕ ਨੇ ਜਿਹੜੇ ਔਰਤਾਂ ਖਾਸ ਕਰਕੇ ਉਹਨਾਂ ਨੂੰ ਕਿਹੜੀ ਗੱਲ ਤੇ ਡਟ ਕੇ ਰਹਿਣਾ ਚਾਹੀਦਾ ਕਿ ਅਸੀਂ ਇਸ ਗੱਲ ਤੇ ਡਟੇ ਰਹੀਏ ਤਾਂ ਕੋਈ ਵੀ ਸਾਨੂੰ ਹਿਲਾ ਨਹੀਂ ਸਕਦਾ ਉਹਨਾਂ ਦੀ ਜਗ੍ਹਾ ਤੋਂ। ਆਪਣੇ ਤੁਸੀਂ ਸਬਜੈਕਟ 'ਚ ਮਾਹਰ ਹੋ, ਫਿਰ ਤੁਸੀਂ ਜਦੋਂ ਬੋਲੋਗੇ ਤੁਹਾਡੀ ਆਵਾਜ਼ 'ਚ ਵੀ ਵਜਨ ਹੋਊਗਾ, ਤੁਹਾਡੀ ਗੱਲ 'ਚ ਵੀ ਵਜਨ ਹੋਊਗਾ ਤੇ ਤੁਹਾਡੇ ਪੈਰਾਂ 'ਚ ਵੀ ਜਾਨ। ਜਗਬਾਣੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਲਾਧੂਕਾ। ਦੋਸਤੋ, ਅਧਿਆਪਕ ਦਿਹਾੜੇ ਨੂੰ ਬੜੇ ਹੀ ਚਾਵਾਂ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤੇ ਮਨਾਉਣਾ ਵੀ ਚਾਹੀਦਾ, ਪਰ ਅਸੀਂ ਇਸ ਸੰਦਰਭ ਦੇ ਵਿੱਚ ਅੱਜ ਗੱਲ ਜਿਹੜੀ ਕਰਨ ਜਾ ਰਹੇ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਓਗ੍ਰਾਫੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਗੁਰਿੰਦਰ ਕੌਰ ਸਾਡੇ ਨਾਲ ਨੇ। ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰਨ ਪਹੁੰਚੇ ਹਾਂ ਤੇ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਜੀ ਤੁਹਾਡਾ। ਜੀ, ਅਧਿਆਪਕ ਦਿਹਾੜੇ ਦੇ ਵਿੱਚ ਔਰਤਾਂ ਦੇ ਜੇ ਸੰਦਰਭ ਵਿੱਚ ਅਸੀਂ ਦੇਖਣਾ ਹੋਵੇ, ਅਧਿਆਪਕ ਦਿਹਾੜੇ ਨੂੰ ਮਨਾਉਣ ਲਈ ਜਸ਼ਨ ਤਾਂ ਮਨਾਏ ਜਾਂਦੇ ਆ, ਆਏ ਸਾਲ ਅਸੀਂ ਇੱਕ ਦੂਜੇ ਨੂੰ ਫੁੱਲ ਵੀ ਭੇਟ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਪ੍ਰਚਾਰ ਪ੍ਰਸਾਰ ਹੁੰਦਾ ਕਿ ਅਧਿਆਪਕਾਂ ਨੂੰ ਇੱਕ ਇੱਜ਼ਤ ਦੇ ਨਾਲ ਪੇਸ਼ ਆਉਣਾ ਚਾਹੀਦਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਅੱਜ ਦੇ ਸਿਨੈਰੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰਤ ਹੋਣ ਦੇ ਨਾਤੇ ਇਸ ਪੇਸ਼ੇ ਨਾਲ ਜੁੜੀਆਂ ਔਰਤਾਂ ਜਾਂ ਆਉਣਾ ਚਾਹੁੰਦੀਆਂ ਦਰ ਦੀਆਂ ਜੇ ਠੋਕਰਾਂ ਖਾਣੀਆਂ ਪੈ ਰਹੀਆਂ ਕਿਉਂਕਿ ਬੇਰੁਜ਼ਗਾਰੀ ਦਾ ਵੱਡਾ ਆਲਮ ਹੈ, ਉਹਨਾਂ ਦੇ ਰੋਲ ਨੂੰ ਜਾਂ ਔਰਤ ਦੇ ਓਵਰਆਲ ਰੋਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਇੱਕ ਅਧਿਆਪਕ ਵਜੋਂ? ਅੱਜ ਕੱਲ੍ਹ ਜਿਹੜਾ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ ਸੀ ਨਾ, ਟੀਚਰ ਦੀ ਸਾਡੇ ਸ਼ੁਰੂ ਤੋਂ ਵੀ ਬਹੁਤ ਇੱਜ਼ਤ ਸੀਗੀ, ਪਰ ਔਰਤਾਂ ਇਸ ਫੀਲਡ 'ਚ ਬਹੁਤ ਲੇਟ ਆਈਆਂ ਜੀ। ਹੈਗੇ ਹੈ ਜਿਹੜੇ ਜਿਨ੍ਹਾਂ ਨੇ ਸ਼ੁਰੂ 'ਚ ਆਏ ਨੇ, ਪਰ ਉਹਨਾਂ ਨੇ ਬਹੁਤ ਅੱਛਾ ਰੋਲ ਵੀ ਅਦਾ ਕੀਤਾ ਹੈ। ਇਹ ਸਾਰਾ ਫੈਮਿਲੀ ਬੈਕਗਰਾਉਂਡ ਤੇ ਡਿਪੈਂਡ ਕਰਦਾ ਸੀ। ਜਿਨ੍ਹਾਂ ਦੀ ਫੈਮਿਲੀ ਬੈਕਗਰਾਉਂਡ ਅਪਰ ਮਿਡਲ ਕਲਾਸ ਜਾਂ ਅਪਰ ਕਲਾਸ ਤੋਂ ਸੀਗੇ ਜਿਹੜੇ ਲੋਕੀ, ਉਹਨਾਂ ਨੂੰ ਪਿੱਛੋਂ ਬਹੁਤ ਸਪੋਰਟ ਮਿਲੀ ਤੇ ਉਹ ਔਰਤਾਂ ਬਹੁਤ ਅੱਗੇ ਆਈਆਂ ਤੇ ਉਹਨਾਂ ਨੇ ਲੋਕਾਂ ਲਈ ਕੰਮ ਵੀ ਬਹੁਤ ਕੀਤਾ। ਇਹ ਨਹੀਂ ਹੈ ਕਿ ਉਹਨਾਂ ਨੇ ਝੰਡਾ ਨਹੀਂ ਚੱਕਿਆ ਜਾਂ ਉਹਨਾਂ ਨੇ ਕੁਝ ਕੰਟਰੀਬਿਊਟ ਨਹੀਂ ਕੀਤਾ, ਉਹਨਾਂ ਨੇ ਬਹੁਤ ਕੰਟਰੀਬਿਊਟ ਕੀਤਾ। ਵਿਦ ਦਾ ਪੈਸੇਜ ਆਫ ਟਾਈਮ ਜਿਹੜੇ ਮਿਡਲ ਕਲਾਸ ਸੀ ਇਹ ਵੀ ਅੱਗੇ ਆਉਣ ਲੱਗ ਗਏ, ਪਰ ਇਹ ਉਹਨਾਂ ਕੰਟਰੀਬਿਊਟ ਇਸ ਲਈ ਨਹੀਂ ਕਰ ਸਕੀਆਂ ਕਿਉਂਕਿ ਇਹਨਾਂ ਦੀ ਜਿਹੜੀ ਸੋਸ਼ਲ ਬੈਕਗਰਾਉਂਡ ਸੀਗੀ ਪਿੱਛੋਂ, ਤੇ ਉਹਦੇ 'ਚ ਹਜੇ ਵੀ ਸਾਰੇ ਟ੍ਰੈਡੀਸ਼ਨਲ ਉਹਦੇ ਨਾਲ ਚੱਲਦੇ ਰਹਿੰਦੇ ਸੀਗੇ ਤੇ ਉਹ ਫੈਮਲੀਜ਼ ਇਹ ਤਾਂ ਚਾਹੁੰਦੀਆਂ ਸੀ ਕਿ ਅਰਨ ਕਰਕੇ ਘਰ ਨੂੰ ਲੈ ਕੇ ਆਵੇ, ਪਰ ਉਹਦੇ ਨਾਲ ਉਹ ਚਾਹੁੰਦੇ ਸੀ ਕਿ ਸਾਡੇ ਨਾਲ ਉੱਦਾਂ ਕੋਆਪਰੇਟ ਕਰਨ ਜਿਵੇਂ ਅਨਪੜ੍ਹ ਔਰਤਾਂ ਪਹਿਲਾਂ ਕੋਆਪਰੇਟ ਕਰਦੀਆਂ, ਉਨੀ ਤਰ੍ਹਾਂ ਉਸੇ ਤਰ੍ਹਾਂ ਜੀ ਵਿਚਰਨ ਹਰ ਤਰ੍ਹਾਂ ਦੇ, ਮਤਲਬ ਪ੍ਰੈਸ਼ਰ ਵੀ ਸਹਿਣ, ਘਰ ਦਾ ਕੰਮ ਵੀ ਕਰਨ ਤੇ ਬਾਹਰਲਾ ਵੀ ਚ ਵੀ ਹੋਵੇ। ਤੇ ਉਸ ਤਰ੍ਹਾਂ ਫਿਰ ਔਰਤਾਂ ਅੱਗੇ ਤਾਂ ਆਈਆਂ ਪਰ ਉਸ ਉਨੀ ਇੰਟੈਂਸਿਟੀ ਨਾਲ ਨਹੀਂ ਆ ਸਕੀਆਂ। ਯੋਗਦਾਨ ਪਾਉਣ ਵਿੱਚ ਦਿੱਕਤਾਂ ਬਹੁਤ ਆਈਆਂ ਕਿਉਂਕਿ ਸੋਸ਼ਲ ਲਾਈਫ ਹੈ, ਜਿਸ ਤਰ੍ਹਾਂ ਦੀ ਹੋਵੇਗੀ ਹਾਲਾਤ ਹੋਣਗੇ ਉਸੇ ਤਰ੍ਹਾਂ ਦਾ ਬੰਦੇ ਦਾ ਰੂਟੀਨ ਵੀ ਹੁੰਦਾ ਰੋਜ਼ ਦਾ, ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ। ਔਰਤ ਆਪਣੀ ਫੈਮਿਲੀ ਦੀਆਂ ਜਿਹੜੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨੂੰ ਅੱਖੋਂ ਪਰੋਖੇ ਕਰ ਹੀ ਨਹੀਂ ਸਕਦੀ ਸੀਗੀ।
ਲਓ ਕਿ ਜਿਹੜੀਆਂ ਮੈਂ ਉਹੀ ਪਹਿਲਾਂ ਤੁਹਾਨੂੰ ਕਹੀ ਗੱਲ ਕਿ ਜਿਹੜੇ ਅਪਰ ਕਲਾਸ ਸੀਗੀ ਉੱਥੇ ਤਾਂ ਇਹ ਸੀ ਕਿ ਫੈਮਿਲੀ ਲਾਇਬਿਲਿਟੀਜ਼ ਮਿਨੀਮਮ ਸੀਗੀਆਂ ਹੈਨਾ, ਘਰ ਦੇ ਕੰਮ ਨਹੀਂ ਸੀ, ਇਹ ਨਹੀਂ ਆ। ਪਰ ਜਿਹੜੀ ਸਾਡੀ ਮਿਡਲ ਕਲਾਸ ਸੀਗੀ ਉਹਨੇ ਸਵੇਰ ਤੋਂ ਸ਼ੁਰੂ ਹੋ ਜਾਣਾ ਹੈ ਤੇ ਉਹ ਸਾਰੇ ਘਰ ਦੇ ਕੰਮ ਨਿਬੇੜ ਕੇ ਫਿਰ ਉਹਨੇ ਆਫਿਸ ਜਾਣਾ ਹੈ ਜਾਂ ਜੇ ਟੀਚਰ ਹੈ ਤਾਂ ਪੜਾਉਣ ਜਾਣਾ ਹੈ। ਜੀ, ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਦੀ ਸੋਸ਼ਲ ਲਾਈਫ ਸੀ ਉਸ ਤਰ੍ਹਾਂ ਦਾ ਉਹਨੇ ਹਿਸਾਬ ਨਾਲ ਯੋਗਦਾਨ ਜਿੰਨਾ ਪਾਉਣਾ ਚਾਹੀਦਾ ਸੀ ਔਰਤ ਨੇ ਕੋਸ਼ਿਸ਼ ਕੀਤੀ, ਚਾਹੇ ਅਧਿਆਪਕ ਬਣ ਕੇ ਕੀਤੀ ਜਾਂ ਕਿਸੇ ਹੋਰ ਖਿੱਤੇ ਦੇ ਵਿੱਚ ਜਾਂ ਹੋਰ ਖੇਤਰ ਦੇ ਵਿੱਚ। ਤੁਸੀਂ ਇੱਕ ਅਧਿਆਪਕ ਵਜੋਂ ਵਿਚਰਦਿਆਂ ਨੂੰ ਤਕਰੀਬਨ ਲੰਮਾ ਸਮਾਂ ਹੋ ਗਿਆ, ਦਹਾਕਿਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਲੰਮਾ ਸਮਾਂ। ਔਰਤ ਵਜੋਂ ਵਿਚਰਦਿਆਂ ਇੱਕ ਅਧਿਆਪਕ ਵਜੋਂ ਕਿਹੜੀ ਚੀਜ਼ ਹੈ ਤੁਹਾਨੂੰ ਜਿਹੜੀ ਸਿੱਖਣ ਨੂੰ ਮਿਲੀ ਕਿ ਇਸ ਖਿੱਤੇ ਦੇ ਵਿੱਚ ਆ ਕੇ, ਇਸ ਖੇਤਰ ਦੇ ਵਿੱਚ ਆ ਕੇ, ਕਿ ਮੇਰੇ ਕੋਲ ਇਹ ਪਹਿਲਾਂ ਨਹੀਂ ਸੀ, ਜਦੋਂ ਮੈਂ ਅਧਿਆਪਕ ਬਣੀ ਤਾਂ ਮੇਰੇ 'ਚ ਇਹ ਗ੍ਰਹਿਣ ਹੋ ਗਿਆ? ਕਿਉਂਕਿ ਸਿੱਖਦਾ ਤਾਂ ਬੰਦਾ ਰੋਜ਼ ਹੈ, ਪਰ ਕਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਦੂਜਿਆਂ ਨੂੰ ਵੀ ਕੰਮ ਆ ਸਕਦੀ ਹੈ, ਜਿਹੜੇ ਹੁਣ ਸਾਡੀ ਗੱਲ ਸੁਣ ਰਹੇ ਆ? ਸਭ ਤੋਂ ਵੱਡੀ ਚੀਜ਼ ਤੇ ਜੀ ਮੇਰੇ ਦਿਮਾਗ 'ਚ ਇੱਕ ਵਾਰੀ ਆਈ, ਮੈਂ ਸਟੂਡੈਂਟ ਸੀਗੀ, ਸਾਡੀ ਕੋਈ ਕਲਾਸ ਹੋ ਕੇ ਹਟੀ, ਸਾਡੇ 2 ਟੀਚਰ ਸੀਗੇ, ਉਹਨਾਂ 'ਚ ਨਾ ਆਪਸ 'ਚ ਕੋਈ ਬਹਿਸ ਹੋ ਗਈ। ਹਾਂਜੀ। ਤੇ ਮੈਨੂੰ ਬੜਾ ਅਜੀਬ ਲੱਗਿਆ ਕਿ ਜਿਹੜੇ ਟੀਚਰਸ ਹੈ ਨਾ, ਇਹਨਾਂ ਤੋਂ ਅਸੀਂ ਸਿੱਖਣਾ ਹੈ। ਜੇ ਇਹ ਆਪਸ 'ਚ ਸਾਡੇ ਸਾਹਮਣੇ ਲੜਦੇ ਹੈ ਤਾਂ ਅਸੀਂ ਇਹਨਾਂ ਤੋਂ ਕੀ ਸਿੱਖਾਂਗੇ? ਦੂਜੀ ਇਹ ਹੈ ਕਿ ਜਦੋਂ ਤੁਸੀਂ ਕਲਾਸ ਰੂਮ 'ਚ ਜਾਂਦੇ ਹੋ, ਕਲਾਸ 'ਚ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਏਰੀਆ ਹੈ, ਜੋ ਤੁਹਾਨੂੰ ਵਿਸ਼ਾ ਦਿੱਤਾ ਗਿਆ ਹੈ, ਉਹਦੇ ਤੇ ਤੁਸੀਂ ਬੱਚਿਆਂ ਨੂੰ ਐਜੂਕੇਟ ਕਰੋ, ਹੈਨਾ, ਨਾ ਕਿ ਕਿਸੇ ਹੋਰ ਪਾਸੇ ਲੈ ਜਾਓ। ਉਹ ਤੁਹਾਨੂੰ ਇੰਨਾ ਆਉਣਾ ਚਾਹੀਦਾ ਹੈ ਕਿ ਤਾਂ ਕਿ ਬੱਚਿਆਂ ਨੂੰ ਇਹ ਫੀਲ ਹੋਵੇ ਕਿ ਅਸੀਂ ਕਲਾਸ ਲਾਈ, ਉਹਦਾ ਕੋਈ ਮੁੱਲ ਹੈ। ਬੀਇੰਗ ਅ ਟੀਚਰ ਤੁਹਾਨੂੰ ਉਹ ਚੀਜ਼ਾਂ ਡਿਲੀਵਰ ਕਰਨੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਆਪਣੀ ਲਾਈਫ 'ਚ ਚਾਹੁੰਦੇ ਸੀ ਕਿ ਸਾਨੂੰ ਸਾਡੇ ਟੀਚਰ ਸਾਨੂੰ ਦੇਣ। ਤੇ ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਇੱਕ ਗੱਲ ਐਜੂਕੇਟ ਕਰਦੀ ਰਹੀ ਹਾਂ ਕਿ ਜੇ ਤੁਹਾਨੂੰ ਅੱਜ ਕੋਈ ਚੀਜ਼ ਨਹੀਂ ਆਉਂਦੀ ਤਾਂ ਕਦੇ ਸ਼ਰਮਿੰਦਗੀ ਨਾ ਮਹਿਸੂਸ ਕਰੋ। ਅੱਜ ਨਹੀਂ ਆਉਂਦੀ ਤੁਹਾਨੂੰ, ਪਰ ਜੇ ਤੁਸੀਂ ਅੱਜ ਕਿਸੇ ਤੋਂ ਪੁੱਛ ਲਓਗੇ ਤਾਂ ਤੁਹਾਨੂੰ ਕੱਲ ਨੂੰ ਜ਼ਰੂਰ ਆਉਗੀ ਤੇ ਤੁਹਾਨੂੰ ਸਾਰੀ ਜ਼ਿੰਦਗੀ ਉਹਦੇ ਲਈ ਸ਼ਰਮਿੰਦਾ ਨਹੀਂ ਹੋਣਾ ਪਊਗਾ। ਤੇ ਜੇ ਟੀਚਰ ਹੋ ਤੁਸੀਂ, ਤੁਹਾਨੂੰ ਇਹ ਨਹੀਂ ਹੈ ਕਿ ਸਟੂਡੈਂਟ ਨੇ ਇਹ ਗਲਤੀ ਕੀਤੀ ਹੈ, ਇਹਨੂੰ ਪੈਨਲਾਈਜ਼ ਕਰਨਾ ਹੈ। ਰਾਦਰ ਉਹਨੂੰ ਬੁਲਾ ਕੇ ਸਮਝਾਓ, ਬੇਟੇ ਇੱਥੇ ਤੁਸੀਂ ਗਲਤ ਹੋ, ਕੱਲ ਨੂੰ ਤੁਹਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ। ਤਰੀਕਾ ਤੇ ਸਲੀਕਾ ਬਹੁਤ ਮੈਟਰ ਕਰਦਾ ਹੈ ਕਹਿਣ ਦਾ ਭਾਵ। ਔਰ ਇਸੇ ਦੇ ਵਿੱਚੋਂ ਅਗਲਾ ਸਵਾਲ ਮੇਰਾ ਜੁੜਿਆ ਹੋਇਆ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਇੱਕ ਤਰੀਕਾ ਸਲੀਕਾ ਕੰਮ ਆਉਂਦਾ ਹੈ ਕਿ ਕਿਸ ਤਰ੍ਹਾਂ ਬੱਚੇ ਦੇ ਨਾਲ ਟਰੀਟ ਕਰਨਾ ਹੈ, ਵਿਦਿਆਰਥੀ ਦੇ ਨਾਲ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਹੈ। ਚੰਗਾ ਅਧਿਆਪਕ ਬਣਨ ਦੇ ਲਈ ਕਿਹੜੀ ਚੀਜ਼ ਹੈ ਕਿ ਸਭ ਤੋਂ ਪਹਿਲਾਂ ਮੁੱਢਲੀਆਂ ਜੇ ਇਹ ਗੱਲਾਂ ਨਹੀਂ ਜੇ ਹੈਗੀਆਂ ਤਾਂ ਫਿਰ ਹੀ ਚੰਗਾ ਅਧਿਆਪਕ ਗਿਣਿਆ ਜਾ ਸਕਦਾ ਪੜ੍ਹਾਉਣ ਵਿੱਚ, ਚਾਹੇ ਉਹ ਬਿਲਕੁਲ ਨਿਪੁੰਨ ਹੋਵੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਾਂ ਕਿਰਦਾਰ ਹੈਗਾ ਬੰਦੇ ਦਾ, ਇਹ ਵੀ ਬੜਾ ਮੈਟਰ ਕਰਦਾ। ਇਹਦੇ ਵਿੱਚ ਤੁਹਾਨੂੰ ਕਿਹੜੀ ਗੱਲ ਮੁੱਢਲੀ ਲੱਗਦੀ ਹੈ ਕਿ ਇਹ ਬੰਦੇ 'ਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਹੀ ਚੰਗਾ ਅਧਿਆਪਕ ਬਣਿਆ ਜਾ ਸਕਦਾ? ਜੇ ਤੁਸੀਂ ਚੰਗਾ ਅਧਿਆਪਕ ਬਣਨਾ ਹੈ ਤਾਂ ਤੁਹਾਨੂੰ ਉਹਦੇ 'ਚ ਇੱਕ ਬੱਚਿਆਂ ਨਾਲ ਤੁਹਾਨੂੰ ਪਰਸਨਲ ਤੌਰ ਤੇ ਥੋੜਾ ਬਹੁਤ ਉਹਨਾਂ ਦੀ ਲਾਈਫ ਬਾਰੇ, ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਕਿੱਦਾਂ ਦੇ ਮਾਹੌਲ 'ਚੋਂ ਆਏ। ਜੇ ਉਹ ਕਿਸੇ ਤਰ੍ਹਾਂ ਉਹਦੇ 'ਚ ਬਿਹੇਵੀਅਰ 'ਚ ਐਬਨੋਰਮੈਲਿਟੀ ਹੈ, ਤੁਹਾਨੂੰ ਟੀਚਰ ਨੂੰ ਵੀ ਉਨੀ ਛੇਤੀ ਪਤਾ ਲੱਗ ਜਾਂਦਾ ਹੈ ਜਿੰਨਾ ਕਿਸੇ ਮਾਂ-ਬਾਪ ਨੂੰ ਪਤਾ ਲੱਗਦਾ ਹੈ ਨਾ ਕਿ ਇੱਥੇ ਬੱਚਾ ਪਰਫਾਰਮ ਨਹੀਂ ਕਰ ਰਿਹਾ। ਤੇ ਉਹਨੂੰ ਬੁਲਾ ਕੇ ਜਾਂ ਉਹਨੂੰ ਅਬਜ਼ਰਵ ਕਰਕੇ ਉਹਨੂੰ ਉਹਦੇ ਵੀਕ ਪੁਆਇੰਟ ਹੈ ਜਿਹੜੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਬੇਟਾ ਇੱਥੇ ਤੁਸੀਂ ਪਰਫਾਰਮ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦੇ ਹੋ, ਇਹ ਕੋਈ ਪ੍ਰੋਬਲਮ ਨਹੀਂ ਹੈ, ਇਹ ਸਾਰੇ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਹੈ। ਤੇ ਮੋਰ ਓਵਰ ਮੇਰੀ ਇੱਕ ਪਤਾ ਨਹੀਂ ਕਿੱਦਾਂ ਹੈ ਕਿ ਮੈਂ ਬੀਇੰਗ ਅ ਲੇਡੀ, ਮੈਨੂੰ ਹਮੇਸ਼ਾ ਇਹ ਲੱਗਦਾ ਸੀਗਾ ਕਿ ਜਿਹੜੀਆਂ ਕੁੜੀਆਂ ਨੂੰ ਅਪਰਚੁਨਿਟੀ ਮਿਲੀ ਹੈ ਪੜ੍ਹਨ ਦੀ ਤੇ ਉਹਨਾਂ ਨੂੰ ਹਮੇਸ਼ਾ ਮੈਂ ਐਨਕਰੇਜ ਕਰਦੀ ਸੀ ਕਿ ਬੇਟਾ ਤੁਹਾਨੂੰ ਮੌਕਾ ਮਿਲਿਆ, ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਤਾਂ ਕਿ ਜੋ ਤੁਹਾਡੇ ਮਾਂ-ਬਾਪ ਨੇ, ਮਾਮਾ ਨੇ ਸਫ਼ਰ ਕੀਤਾ, ਦਾਦੀਆਂ ਨੇ ਸਫ਼ਰ ਕੀਤਾ, ਤੁਸੀਂ ਉਹ ਸਫ਼ਰ ਨਾ ਕਰਿਓ, ਤੁਸੀਂ ਤੁਹਾਡੀ ਆਪਣੀ ਹੋਂਦ ਹੋਣੀ ਚਾਹੀਦੀ ਹੈ। ਛੋਟੀ ਜਿਹੀ ਗੱਲ ਦੱਸਦੀ ਹਾਂ ਤੁਹਾਨੂੰ, ਮੇਰੀ ਨਾ ਲਾਸਟ ਈਅਰ ਇੱਕ ਸਟੂਡੈਂਟ ਹੈ, ਉਹਦਾ ਨਾਮ ਅੱਕ ਕੌਰ ਹੈ। ਅੱਕ ਕੌਰ ਮੈਨੂੰ ਬੜਾ ਔਖਾ ਲੱਗਿਆ ਕਿਉਂਕਿ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਇਹ ਜਿਹੜੇ ਬੱਚੇ ਜਦੋਂ ਕੁੜੀਆਂ
ਜ਼ਿਆਦਾ ਹੋ ਜਾਂਦੀਆਂ ਸੀ ਤਾਂ ਉਹਨਾਂ ਦੇ ਨਾਂ ਰੱਜੀ, ਅੱਕੀ, ਹੈ ਨਾ, ਪੱਥਰ, ਇਹ ਮਹਾਰਾਸ਼ਟਰ 'ਚ ਨਾ ਇੱਕ ਇਹਨਾਂ ਨੇ ਮੁਹਿੰਮ ਚਲਾਈ ਸੀ ਕਿ ਜਿਹੜੇ ਕੁੜੀਆਂ ਜ਼ਿਆਦਾ ਨੇ ਉਹਨਾਂ ਦੇ ਇਹ ਜਿਹੇ ਨਾਂ ਰੱਖਦੇ ਉਹਨਾਂ ਨੇ, ਉਹ ਥੋੜੇ ਜਿਹੇ ਡਿਸਟ੍ਰਿਕਟਸ ਚੋਂ ਹੀ 288 ਮਿਲੇ। ਮਹਾਰਾਸ਼ਟਰ ਚੋਂ 288 ਨਾਂ ਸੀ। ਫਿਰ ਉਹਨਾਂ ਨੇ ਚੇਂਜ ਕੀਤੇ ਉਹਨਾਂ ਦੇ ਨਾਂ। ਬੱਚਿਆਂ ਨੂੰ ਖੁਸ਼ੀ ਮਹਿਸੂਸ ਹੋਈ ਤੇ ਮੈਨੂੰ ਲੱਗਿਆ ਕਿ ਮੈਂ ਜੇ ਅੱਖ ਕੌਰ, ਮੈਂ ਹਮੇਸ਼ਾ ਜਿਹੜੀ ਅਟੈਂਡੈਂਸ ਹੈ ਉਹ ਰੋਲ ਨੰਬਰ ਨਾਲ ਨਹੀਂ ਲੈਂਦੀ, ਕਿਉਂਕਿ ਰੋਲ ਨੰਬਰ ਨਾਲ ਲੈ ਕੇ ਤੁਸੀਂ ਬੱਚਿਆਂ ਨੂੰ ਅਹਿਸਾਸ ਕਰਾਉਂਦੇ ਹੋ ਕਿ ਤੁਸੀਂ ਕੈਦ ਜੇਲ੍ਹ 'ਚ ਬੈਠੇ ਹੋ, ਹੈ ਨਾ। ਜੇ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ ਤਾਂ ਬੱਚਿਆਂ ਨੂੰ ਲੱਗਦਾ ਕਿ ਸਾਡੇ ਨਾਲ ਇਹਨਾਂ ਦਾ ਕੋਈ ਰਿਲੇਸ਼ਨ ਹੈ, ਟੀਚਰ ਦਾ ਕੋਈ ਰਿਲੇਸ਼ਨ ਹੈ ਸਾਡੇ ਨਾਲ। ਸੋ ਮੈਂ ਕਲਾਸ 'ਚ ਕਿਹਾ ਕਿ ਬੇਟਾ ਮੈਨੂੰ ਇਹ ਔਖਾ ਲੱਗਿਆ ਗੱਲ, ਤੇ ਮੈਂ ਬੇਟੇ ਤੈਨੂੰ ਅੱਖ ਕੌਰ ਨਹੀਂ ਕਹਿ ਸਕਦੀ, ਤੇ ਮੈਂ ਨਹੀਂ ਪ੍ਰੋਨਾਂਸ ਵੀ ਨਹੀਂ, ਮਤਲਬ ਇਦਾਂ ਤੇਰੀ ਅਟੈਂਡੈਂਸ ਵੀ ਨਹੀਂ। ਬੱਚੇ ਦਾ ਕੀ ਰਿਐਕਸ਼ਨ ਸੀ ਉਸ ਵਿਦਿਆਰਥਣ ਦਾ? ਬਹੁਤ ਖੁਸ਼ ਹੋਈ ਉਹਨੂੰ ਮੈਂ ਕੇ ਕੌਰ ਕਹਿਣਾ ਸ਼ੁਰੂ ਕੀਤਾ, ਹੈ ਨਾ। ਨਾ ਉਹੀ ਹੈ, ਸਪੈਲਿੰਗ ਉਹੀ ਨੇ, ਪਰ ਮੈਂ ਉਹਨੂੰ ਕਦੇ ਵੀ ਅੱਖ ਕੌਰ ਨਹੀਂ ਕਿਹਾ। ਤੇ ਮੈਂ ਉਹ ਸਾਰੇ ਆਪਣੇ ਸਟੂਡੈਂਟਸ ਨੂੰ ਵੀ ਕਿਹਾ ਕਿ ਬੇਟਾ, ਉਹ ਬਾਅਦ ਚੋਂ ਨਹੀਂ ਦੱਸਿਆ ਕਿ ਮੇਰੇ ਪੇਰੈਂਟਸ ਨੇ ਇੱਕ ਟਾਈਮ ਤਾਂ ਇਹ ਕੀਤਾ ਸੀ, ਪਰ ਹੁਣ ਉਹ ਖੁਸ਼ ਨੇ, ਠੀਕ। ਧਾਰਨਾ ਬਦਲ ਜਾਂਦੀ ਹੈ ਸਮੇਂ ਦੇ ਨਾਲ, ਜਦੋਂ ਦੇਖਦੇ ਆ ਕਿ ਬੱਚਾ ਕਾਬਲ ਹੈ, ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ। ਜਦੋਂ ਕਾਬਲੀਅਤ, ਜਾਂ ਇਹ ਕਹਿ ਲਓ ਕਿ ਬੱਚੇ ਦੀ ਪਰਵਰਿਸ਼ ਉਸ ਤਰ੍ਹਾਂ ਦੀ ਹੋਵੇਗੀ ਜਿਸ ਤਰ੍ਹਾਂ ਦਾ ਮਾਂ-ਬਾਪ ਦਾ ਪਰਛਾਵਾਂ ਪੈਣਾ ਹੈ ਜਾਂ ਇੱਕ ਅਧਿਆਪਕ ਦਾ ਪਰਛਾਵਾਂ ਪੈਣਾ ਹੈ, ਉਸੇ ਤਰ੍ਹਾਂ ਬੱਚੇ ਨੇ ਉਸੇ ਦਿਸ਼ਾ ਵੱਲ ਨੂੰ ਜਾਣਾ ਹੁੰਦਾ। ਅਧਿਆਪਕ ਦਿਹਾੜੇ ਨੂੰ ਮਨਾਉਣ ਦੀ ਗੱਲ ਤੁਰ ਰਹੀ ਆ, ਹਰ ਸਾਲ ਹੀ ਮਨਾਉਂਦੇ ਆ ਆਪਾਂ, ਸਾਰੇ ਮਨਾਉਂਦੇ ਆ, ਤੇ ਸਾਰੇ ਇੱਜ਼ਤ ਤੇ ਮਾਣ ਕਰਨਾ ਵੀ ਚਾਹੀਦਾ ਅਧਿਆਪਕਾਂ ਦਾ, ਕਿਉਂਕਿ ਚਾਹੇ ਤੁਸੀਂ ਹੋ, ਤੁਸੀਂ ਵੀ ਕਿਸੇ ਅਧਿਆਪਕਾਂ ਕੋਲੋਂ ਪੜ੍ਹ ਕੇ ਆਏ ਹੋ, ਜਾਂ ਮੈਂ ਵੀ ਅਧਿਆਪਕਾਂ ਕੋਲੋਂ ਪੜ੍ਹ ਕੇ ਆਇਆ। ਪਰ ਔਰਤਾਂ ਨੂੰ ਲੈ ਕੇ ਬਹੁਤ ਸਾਰੇ ਸੰਗਰਾਮ ਵੀ ਹੋ ਰਿਹਾ, ਕਿਉਂਕਿ ਇਸ ਖਿੱਤੇ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਜਿਵੇਂ ਖਾਲੀ ਪਈਆਂ। ਸੰਗਰਾਮ ਦੇ ਵਿੱਚ ਵੀ ਔਰਤਾਂ ਸ਼ਮੂਲੀਅਤ ਤਾਂ ਕਰਦੀਆਂ, ਚਾਹੇ ਸ਼ਹੀਨ ਬਾਗ ਦੀ ਸਭ ਤੋਂ ਵੱਡੀ ਉਦਾਹਰਨ ਹੈ, ਚਾਹੇ ਮਸਲਾ ਕਿਸੇ ਹੋਰ ਵਿਸ਼ੇ 'ਤੇ ਸੀ, ਪਰ ਔਰਤਾਂ ਦੀ ਸ਼ਮੂਲੀਅਤ ਉੱਥੇ ਦੇਖੀ ਗਈ। ਇਸੇ ਤਰ੍ਹਾਂ ਅਧਿਆਪਕਾਂ ਦੇ ਮਸਲੇ ਨੂੰ ਲੈ ਕੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਵੀ ਔਰਤਾਂ ਦਾ ਜਿਹੜਾ ਆਉਣਾ ਦੇਖਿਆ ਜਾਂਦਾ ਹੈ। ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਔਰਤ ਉਨੀ ਆਜ਼ਾਦੀ ਨਾਲ ਆਪਣੀ ਆਵਾਜ਼ ਚੁੱਕਣ ਲਈ ਅਜੇ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਰਹੀ ਹੈ? ਉਹ ਕਾਰਨ ਕੀ ਹੋ ਸਕਦੇ ਆ? ਕਿਉਂਕਿ ਤੁਹਾਡਾ ਜਦੋਂ ਵਾਹ ਪੈਂਦਾ, ਜਦੋਂ ਤੁਸੀਂ ਬੱਚਿਆਂ ਨਾਲ ਵੀ ਵਾਹ ਪਾਉਣੇ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੇਂਡੂ ਖੇਤਰ ਦੀਆਂ ਬੱਚੀਆਂ ਜਾਂ ਬੱਚੇ ਜ਼ਿਆਦਾ ਆਉਂਦੇ ਆ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਅਬਜ਼ਰਵ ਕਰਦੇ ਹੋ, ਆਪਣੀ ਨਜ਼ਰ ਨਾਲ ਦੇਖਦੇ ਹੋ, ਤਾਂ ਸਿੱਟਾ ਜਿਹਾ ਕੀ ਕੱਢਦੇ ਹੋ ਕਿ ਅੱਜ ਹੋ ਕੀ ਰਿਹਾ ਤੇ ਹੋਣਾ ਕੀ ਚਾਹੀਦਾ? ਹੋਣਾ ਤਾਂ ਇਹ ਚਾਹੀਦਾ ਇੱਕ, ਜਿਵੇਂ ਜਿਹੜੇ ਪਿੰਡੂ ਖੇਤਰ ਤੋਂ ਆਉਂਦੇ ਆ ਉਹਨਾਂ ਨੂੰ ਤਾਂ ਥੋੜਾ ਜਿਹਾ ਜ਼ਿਆਦਾ ਪਿੱਛੇ ਖਿੱਚਿਆ ਜਾਂਦਾ ਹੈ ਨਾ ਬੱਚਿਆਂ ਨੂੰ, ਤੇ ਉਹ ਫਿਰ ਉਹੀ ਕਲਾਸ ਦੀ ਗੱਲ ਆ ਗਈ। ਤਿੰਨ ਹਿੱਸਿਆਂ 'ਚ ਅਸੀਂ ਵੰਡ ਲੈਂਦੇ ਹਾਂ ਕਲਾਸ ਨੂੰ, ਅਪਰ, ਮਿਡਲ ਤੇ ਲੋਅਰ। ਜੇ ਲੋਅਰ ਕਲਾਸ 'ਚ ਆਉਂਦੇ ਆ, ਉਹ ਬੜੇ ਫਰੀਡਮ ਨਾਲ ਬੱਚੇ ਅੱਗੇ ਆਉਂਦੇ ਆ ਤੇ ਆਪਣੀ ਗੱਲ ਅੱਗੇ ਰੱਖਦੇ ਆ, ਹੈ ਨਾ। ਜਿਹੜੀ ਅਪਰ ਕਲਾਸ ਹੈ ਉੱਥੇ ਵੀ ਇਦਾਂ ਹੀ ਹੈ ਕਿ ਉਹ ਬੱਚਿਆਂ ਨੂੰ ਘਰੋਂ ਵੀ ਸ਼ਹਿ ਮਿਲੀ ਹੁੰਦੀ ਹੈ, ਉਹਨਾਂ ਦੀ ਬੈਕਗਰਾਊਂਡ ਵੀ ਸਟਰੋਂਗ ਹੁੰਦੀ ਹੈ ਨਾ। ਇਸ ਕਰਕੇ ਜੇ ਉਹ ਕੁਝ ਬਲੰਡਰ ਵੀ ਕਰਿਆ ਹੋਣ ਜਾਂ ਜਿੱਥੇ ਵੀ ਅੱਗੇ ਆਉਂਦੇ ਆ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ। ਜਿਹੜੀ ਮਿਡਲ ਕਲਾਸ ਹੈ ਇਹ ਕਹਿੰਦੇ ਬੇਟਾ ਐ ਨਹੀਂ ਕਰਨਾ, ਫਿਰ ਤਾਂ ਆਏ ਹੋ ਜਾਊਗਾ, ਹੈ ਨਾ। ਇਹ ਫਿਰ ਕੁੜੀਆਂ ਡਰਦੀਆਂ ਪਿੱਛੇ ਹਟ ਜਾਂਦੀਆਂ, ਹੈ ਨਾ। ਇਹ ਨਹੀਂ ਹੈ ਕਿ ਉਹਨਾਂ ਦਾ ਜੀ ਨਹੀਂ ਕਰਦਾ ਅੱਗੇ ਆਉਣ ਨੂੰ, ਉਹਨਾਂ ਦਾ ਜੀ ਤਾਂ ਅੱਗੇ ਆਉਣ ਨੂੰ ਕਰਦਾ ਹੁੰਦਾ, ਪਰ ਕੁਝ ਸਮਾਜਿਕ ਬੰਦਿਸ਼ਾਂ ਹਜੇ ਵੀ ਨੇ ਜਿਹੜੀਆਂ ਉਹਨਾਂ ਨੂੰ ਚਾਹੁੰਦੇ ਹੋਏ ਵੀ ਅੱਗੇ ਨਹੀਂ ਆਉਣ ਦਿੰਦੀਆਂ। ਕਹਿਣ ਦਾ ਭਾਵ ਕਿ ਆਰਥਿਕ ਪਾੜਾ ਹੈ ਜਾਂ ਆਰਥਿਕ ਵੰਡ ਹੈ, ਜਿਸ ਤਰ੍ਹਾਂ ਦੀ ਸਾਧਨਾ ਸਮਾਜਿਕ ਜ਼ਿਆਦਾ ਜੀ ਸਮਾਜਿਕ ਤੇ ਆਰਥਿਕ ਦੋਹੇ ਜੁੜੀ ਹੋਈ ਹੈ ਇੱਕ ਦੂਜੇ ਦੇ ਨਾਲ, ਰਲਗੱਡ ਨੇ, ਕਿਉਂਕਿ ਜੁੜੀਆਂ ਹੋਈਆਂ। ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਆਰਥਿਕਤਾ ਜਿਸ ਤਰ੍ਹਾਂ ਦੀ, ਕਿਉਂਕਿ ਕਲਾਸ ਵੀ ਉਸ ਹਿਸਾਬ ਨਾਲ ਬਣਨੀ ਹੈ ਨਾ, ਮਿਡਲ ਕਲਾਸ, ਅਪਰ ਕਲਾਸ ਜਾਂ ਲੋਅਰ ਕਲਾਸ, ਆਰਥਿਕਤਾ ਦੇ ਹਿਸਾਬ ਨਾਲ ਹੀ ਬਣਨੀ ਹੈ। ਮੇਰਾ ਇਹ ਸਵਾਲ ਸੀ ਕਿ ਉਹਨਾਂ ਚੀਜ਼ਾਂ ਦੇ ਕਰਕੇ, ਜਿਵੇਂ ਤੁਸੀਂ ਦੱਸਿਆ ਕਿ ਰਾਹ ਬੰਦ ਹੋ ਜਾਂਦੇ ਆ ਕਈ ਕੁੜੀਆਂ ਦੇ, ਖਾਸ ਕਰਕੇ ਜਿਨ੍ਹਾਂ ਨੇ ਇਸ ਖਿੱਤੇ ਵੱਲ ਵੀ ਆਉਣਾ, ਤਾਂ ਕਿਹੜੀ ਗੱਲ ਆ? ਅਖੀਰ ਦੇ ਵਿੱਚ ਸਮਾਂ ਬੜਾ ਸੀਮਤ ਹੈ ਕਿ ਇਸ ਖਿੱਤੇ ਦੇ ਨਾਲ ਜਾਂ ਇਸ ਖੇਤਰ ਦੇ ਨਾਲ ਜੁੜੇ ਹੋਏ ਲੋਕ, ਅਧਿਆਪਕ ਨੇ ਜਿਹੜੇ, ਔਰਤਾਂ ਖਾਸ ਕਰਕੇ, ਉਹਨਾਂ ਨੂੰ ਕਿਹੜੀ ਗੱਲ 'ਤੇ ਡਟ ਕੇ ਰਹਿਣਾ ਚਾਹੀਦਾ ਕਿ ਅਸੀਂ ਇਸ ਗੱਲ 'ਤੇ ਡਟੇ ਰਹੀਏ ਤਾਂ ਕੋਈ ਵੀ ਸਾਨੂੰ ਹਿਲਾ ਨਹੀਂ ਸਕਦਾ ਉਹਨਾਂ ਦੀ ਜਗ੍ਹਾ ਤੋਂ? ਇੱਕ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਚਾਹੀਦਾ ਹੈ। ਦੂਜਾ, ਜੇ ਉਹ ਐਜੂਕੇਸ਼ਨ ਲਾਈਨ 'ਚ ਹੈ ਤਾਂ ਉਹਨਾਂ ਦੇ 'ਚ ਇੰਨੀ ਕੁ
ਐਫੀਸ਼ੀਐਂਸੀ ਹੋਣੀ ਚਾਹੀਦੀ ਆ, ਆਪਣੇ ਸਬਜੈਕਟ 'ਚ ਇੰਨੇ ਕੁ ਮਾਹਰ ਹੋਣੇ ਚਾਹੀਦੇ ਉਹ ਕਿਤੇ ਮਾਰ ਨਾ ਖਾਣ, ਹੈ ਨਾ। ਜਦੋਂ ਆਪਣੇ ਤੁਸੀਂ ਸਬਜੈਕਟ 'ਚ ਮਾਹਰ ਹੋ, ਫਿਰ ਤੁਸੀਂ ਜਦੋਂ ਬੋਲੋਗੇ ਤੁਹਾਡੀ ਆਵਾਜ਼ 'ਚ ਵੀ ਵਜਨ ਹੋਊਗਾ, ਤੁਹਾਡੀ ਗੱਲ 'ਚ ਵੀ ਵਜਨ ਹੋਊਗਾ ਤੇ ਤੁਹਾਡੇ ਪੈਰਾਂ 'ਚ ਵੀ ਜਾਨ ਹੋਊਗੀ। ਜੀ ਮੈਮ, ਤੁਸੀਂ ਸਾਡੇ ਨਾਲ ਜੁੜੇ ਹੋ, ਪਰ ਅਖੀਰ ਦੇ ਵਿੱਚ ਮੈਂ ਚਾਹੁੰਦਾ ਕਿ ਕਿਉਂਕਿ ਤੁਸੀਂ ਇੱਕ ਲੰਮਾ ਸਮਾਂ ਕੰਮ ਕੀਤਾ ਇਸ ਖੇਤਰ ਦੇ ਨਾਲ, ਅਜੇ ਵੀ ਕਰ ਰਹੇ ਹੋ, ਸੁਨੇਹਾ ਕੀ ਦੇਣਾ ਚਾਹੁੰਦੇ ਹੋ ਖਾਸ ਕਰਕੇ ਅਧਿਆਪਕ ਦਿਹਾੜੇ ਮੌਕੇ? ਅਧਿਆਪਕ ਦਿਹਾੜੇ ਮੌਕੇ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਬੱਚਿਆਂ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਚਾਹੀਦੀ। ਕੁੜੀਆਂ ਤੇ ਮੁੰਡਿਆਂ ਨੂੰ ਇਕੁਅਲੀ ਟਾਈਮ ਵੀ ਦੇਣਾ ਚਾਹੀਦਾ ਤੇ ਉਹਨਾਂ ਨੂੰ ਮੌਕੇ ਵੀ ਬਰਾਬਰ ਦੇ ਦੇਣੇ ਚਾਹੀਦੇ ਨੇ, ਹੈ ਨਾ। ਤੇ ਜੇ ਬੱਚਾ ਕਿਸੇ ਮੁਹਿੰਮ ਤੇ ਜਾਂਦਾ ਹੈ ਜਾਂ ਕਿਸੇ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਹੈ ਕਿ ਮੈਂ ਅੱਗੇ ਹੋ ਕੇ ਲੀਡ ਕਰਾਂ, ਤਾਂ ਉਹਨੂੰ ਪੇਰੈਂਟਸ ਨੂੰ ਤੇ ਆਲੇ ਦੁਆਲੇ ਨੂੰ ਅਧਿਆਪਕਾਂ ਨੂੰ ਵੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿ ਜੇ ਤੂੰ ਠੀਕ ਹੈ ਤਾਂ ਉਹ ਤੇਰੇ ਨਾਲ ਅਸੀਂ ਖੜੇ ਹਾਂ। ਠੀਕ ਗੱਲ ਨੂੰ ਠੀਕ ਕਹਿਣ ਦਾ ਜ਼ਿੰਮੇਵਾਰੀ ਸੁਸਾਇਟੀ ਦੀ ਵੀ ਹੈ ਨਾ। ਇਹ ਨਹੀਂ ਹੈ ਕਿ ਬੱਚੇ ਨੂੰ ਇਹ ਕਹਿ ਕੇ ਪਿੱਛੇ ਹਟਾ ਲਿਆ ਜਾਏ ਕਿ ਤੂੰ ਕੁੜੀ ਹੈ। ਉਹਦੇ ਨਾਲ ਸਮਾਜ ਨੂੰ ਨਾਲ ਖੜਨਾ ਚਾਹੀਦਾ। ਜਦ ਤੱਕ ਸਮਾਜ ਨਹੀਂ ਸਾਡੇ ਨਾਲ ਖੜਦਾ ਔਰਤਾਂ ਨਾਲ, ਜਾਂ ਘਰ ਦੇ ਨਹੀਂ ਖੜਦੇ। ਇੱਥੇ ਮੈਂ ਇੱਕ ਮੇਰਾ ਸਵਾਲ ਹੈ ਅਖੀਰ ਦੇ ਵਿੱਚ, ਗੱਲ ਫਿਰ ਵੀ ਹੈ ਕਿਉਂਕਿ ਸਵਾਲਾਂ ਦੇ ਗੱਲਾਂ ਦੇ ਵਿੱਚੋਂ ਸਵਾਲ ਨਿਕਲਦੇ ਆ ਬਹੁਤ। ਸਮਾਜ ਨੂੰ ਤੁਸੀਂ ਇੱਥੇ ਕੀ ਸਮਝਦੇ ਹੋ ਕਿ ਸਾਡਾ ਸਿਰਫ ਆਲਾ ਦੁਆਲਾ ਜਿੱਥੇ ਅਸੀਂ ਵਿਚਰ ਰਹੇ ਹਾਂ ਉਹੀ, ਜਾਂ ਸਿਆਸਤ ਵੀ ਹੈ ਜਿਹੜੀ ਰਾਜਨੀਤਿਕ ਨੇ ਬਹੁਤ ਕੁਝ ਤੈਅ ਕਰਨਾ ਹੁੰਦਾ, ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਜਿਹੜੇ ਫੈਸਲੇ ਹੋ ਜਾਣੇ ਆ, ਬਹੁਤ ਕੁਝ ਉਹਨਾਂ ਨੇ ਵੀ ਤੈਅ ਕਰਨਾ ਹੁੰਦਾ। ਤੁਹਾਡੇ ਹਿਸਾਬ ਨਾਲ ਸਮਾਜ ਦੀ ਉਦਾਹਰਨ ਕੀ ਹੈ? ਉਹ ਵਿੱਚ ਪਹਿਲ ਦੇ ਆਧਾਰ ਤੇ ਕਿਹੜੀ ਚੀਜ਼ ਆਉਂਦੀ ਹੈ? ਉਹ ਜੀ ਫੈਮਿਲੀ ਤੋਂ ਸਟਾਰਟ ਹੋ ਕੇ ਇਹ ਲੋਅਰ ਲੈਵਲ ਤੋਂ ਹਰ ਇੱਕ ਸਟੈਪ ਤੋਂ ਸਟਾਰਟ ਹੋ ਕੇ ਜੀ, ਮਾਂ ਤੋਂ ਸਟਾਰਟ ਹੋ ਕੇ, ਹੈ ਨਾ ਜੀ, ਗਲੀ ਗਵਾਂਢ ਟੀਚਰਸ, ਇਹ ਉੱਪਰ ਤੱਕ ਜਾਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਜਿਵੇਂ ਕਈ ਥਾਂ ਤੇ ਸਾਡੀ ਚੁਣੀਆਂ ਹੋਈਆਂ ਲੇਡੀਜ਼, ਹੈ ਨਾ, ਉਹ ਸਾਡੇ ਲਈ ਵਿਦਡਰਾ ਕਰ ਜਾਂਦੀਆਂ ਆ ਉੱਪਰ ਜਾ ਕੇ, ਹੈ ਨਾ, ਉਹ ਉੱਥੇ ਆਵਾਜ਼ ਨਹੀਂ ਉਠਾਉਂਦੀਆਂ। ਜਿਸ ਲੈਵਲ ਤੇ ਤੁਸੀਂ ਬੈਠੇ ਹੋ ਉਸ ਲੈਵਲ ਤੇ ਤੁਹਾਨੂੰ ਬਣਨ ਦਾ ਯੋਗਦਾਨ ਪਾਉਣਾ ਚਾਹੀਦਾ। ਜੀ ਮੈਮ, ਤੁਸੀਂ ਸਾਡੇ ਨਾਲ ਜੁੜੇ ਹੋ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ। ਮਤਲਬ ਬੇਸ਼ੱਕ ਅਸੀਂ ਕਿਸੇ ਵੀ ਲੈਵਲ ਤੇ ਆ, ਉਸ ਲੈਵਲ ਤੋਂ ਆਪਾਂ ਨੂੰ ਇਹ ਦੱਸਣਾ ਚਾਹੀਦਾ ਕਿ ਬਈ ਇੱਥੇ ਇਸ ਬੱਚੇ ਦਾ ਬਣਦਾ ਹੈ, ਇਹਨੂੰ ਇਹਦਾ ਬਣਦਾ ਮੌਕਾ ਦਿਓ। ਜੀ ਬਿਲਕੁਲ, ਇਹ ਮੌਕਾ ਜੇ ਮਿਲੇਗਾ ਤਾਂ ਹੀ ਅਸੀਂ ਵਿਕਾਸ ਵਾਲੇ ਪਾਸੇ ਸਹੀ ਦਿਸ਼ਾ ਵੱਲ ਵੱਧ ਸਕਦੇ ਹਾਂ। ਮੈਮ, ਤੁਸੀਂ ਸਾਡੇ ਨਾਲ ਜੁੜੇ ਹੋ ਇਸ ਵਿਸ਼ੇਸ਼ ਚਰਚਾ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਮੈਡਮ ਗੁਰਿੰਦਰ ਕੌਰ, ਜਿਹੜੇ ਕਿ ਜੀਓਗ੍ਰਾਫੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਪ੍ਰੋਫੈਸਰ ਵਜੋਂ। ਔਰ ਇਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਖਾਸ ਕਰਕੇ ਅਧਿਆਪਕ ਦਿਹਾੜੇ ਦੇ ਮੌਕੇ ਔਰਤਾਂ ਦਾ ਜਿਹੜਾ ਬਣਦਾ ਰੋਲ ਹੈ ਉਹ ਕਿਸ ਪੱਧਰ ਤੱਕ ਨਿਭਾਇਆ ਜਾ ਰਿਹਾ ਹੈ, ਇਸ ਤੋਂ ਵੱਧ ਵੀ ਜੇ ਨਿਭਾਉਣ ਦੀ ਲੋੜ ਹੈ ਤੇ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਉਹਨਾਂ ਦੇ ਰਾਹ ਦੇ ਵਿੱਚ ਆ ਰਹੀਆਂ ਤੇ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।